तुमरी शरण तुम्हारी आसा, तुम ही सज्जन सुहेले। राखो राखनहार दयाला, नानक करके गोले। धन वाहिगुरु साहिब जीओ। सलोक महला चौथा। बिन नावै होर सलाहना, सब बोलन फिक्का साध। मन मुख अंकार सलाहंदे, हौमै ममता साध। हौमै ममता वाद। जिन सलाहन से मरहैं, खप जावै सप अपवाद। जन नानक गुरमुख उबरे, जप हर हर परमाद। महला चौथा। सतगुर हर प्रभ दास, नाम ध्याई मन हरि। नानक नाम पवित, हर मुख बोली। सब दुख पर हरि। पौड़ी। तू आपे आप निरंकार है, नरंजन हर राया। जिन्नी तू एक मन सच ध्याया, तिनका सब दुख गवाया। तेरा शरीक को नाही, जिसनो लवै लाए सुनाया। तुद जे बड़ दाता, तू है नरंजना। तू है सच मेरे मन पाया। सच्चे मेरे साहिबा, सच्चे सच नाया। परम सन्मानयोग जुगो जुग अटल चबर तखत दे मालक ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 301। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਰਾਹੀਂ ਸੁਨੇਹਾ ਦੇ ਰਹੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ, ਸ਼ਲੋਕ ਮਹਿਲਾ ਚੌਥਾ। ਬਿਨ ਨਾਵੇ ਹੋਰ ਸਲਾਹਣਾ,
ਸਭ ਫਿੱਕਾ ਸਭ ਬੋਲਣ ਫਿੱਕਾ ਸਾਧ, ਮਨਮੁਖ ਹੰਕਾਰ ਸਲਾਹੰਦੇ ਹਉਮੈ ਮਮਤਾਵਾਦ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਦੀ ਵਡਿਆਈ ਕਰਨੀ, ਇਹ ਬੋਲਣ ਦਾ ਸਾਰਾ ਉਦਮ ਬੇਅਰਥ ਹੈ, ਬੇਸੁਆਦਾ ਕੰਮ ਹੈ ਇਹ। ਭਾਵ ਇਸ ਵਿੱਚ ਅਸਲੀ ਆਨੰਦ ਨਹੀਂ। ਮਨੁੱਖ ਜੀਵ ਹੰਕਾਰ ਹਉਮੈ ਤੇ ਹੰਕਾਰ ਦੀਆਂ ਗੱਲਾਂ, ਆਪਣੱਤ ਦੀਆਂ ਗੱਲਾਂ ਕਰਦਾ ਹੈ। ਭਾਵ ਇਹਨਾਂ ਦੇ ਆਧਾਰ ਤੇ ਕਿਸੇ ਮਨੁੱਖ ਦੀ ਨਿੰਦਿਆ ਕਰਦਾ ਹੈ, ਕਿਸੇ ਮਨੁੱਖ ਨੂੰ ਸਲਾਹੁੰਦਾ ਹੈ, ਉਹ ਫਿਰ ਝਗੜੇ ਪੈ ਜਾਂਦੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਤੋਂ ਬਿਨਾਂ ਕਿਸੇ ਦੀ ਹੋਰ ਵਡਿਆਈ ਕਰਨੀ, ਕਿਸੇ ਨੂੰ ਹੋਰ ਸਲਾਹੁਣਾ, ਕਿਸੇ ਨੂੰ ਹੋਰ ਮੰਨਣਾ, ਮਹਾਰਾਜ ਕਹਿੰਦੇ ਇਹ ਬੇਸੁਆਦਾ ਕੰਮ ਹੈ। ਸਤਿਗੁਰ ਮਹਾਰਾਜ ਕਹਿੰਦੇ, ਬਿਨ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਕਿੰਨਾ ਮਰਜ਼ੀ ਜੇ ਤੈਨੂੰ ਆਨੰਦ ਨਹੀਂ ਆਇਆ, ਰਸ ਨਹੀਂ ਆਇਆ, ਟਿਕਾ ਨਹੀਂ ਬਣਿਆ, ਆਪਾਂ ਰੋਜ਼ਾਨਾ ਬਾਣੀ ਦੇ ਅੰਦਰੋਂ ਪੜ੍ਹਦੇ ਹਾਂ, ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕਰਦੇ ਹਾਂ, ਸਮਝਦੇ ਹਾਂ। ਪਾਤਸ਼ਾਹ ਜੀ ਕਹਿੰਦੇ, ਜੇ ਜ਼ਿੰਦਗੀ ਵਿੱਚ ਆਨੰਦ ਨਹੀਂ ਬਣਿਆ ਨਾ, ਇੱਕ ਪ੍ਰਮਾਤਮਾ ਤੋਂ ਬਿਨਾਂ, ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਸਲਾਹੁਣਾ ਫਿੱਕਾ ਬੋਲਣਾ ਹੈ। ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਜੀ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਆ ਜਾਣ। ਫਿੱਕਾ ਬੋਲ ਜਿਹਦੇ ਵਿੱਚ ਕੋਈ ਸਵਾਦ ਨਹੀਂ ਹੁੰਦਾ, ਬੇਸੁਆਦਾ, ਬੇਸੁਆਦੀ ਗੱਲ। ਸਤਿਗੁਰੂ ਮਹਾਰਾਜ ਕਹਿੰਦੇ, ਪਾਤਸ਼ਾਹ ਜੀ ਕਹਿ ਰਹੇ ਨੇ, ਕਿਸੇ ਦੀ ਹੋਰ ਵਡਿਆਈ ਕਰੀ ਜਾਵੇਂਗਾ, ਵਡਿਆਈ ਦੇ ਬੋਲ ਸਾਰਾ ਦਿਨ, ਇਹ ਜਿਹੜਾ ਉਦਮ ਕਰਦਾ ਰਹੇਗਾ ਵਿਅਰਥ ਹੈ। ਤੁਸੀਂ ਵੇਖੋ ਅੱਜ ਦੁਨੀਆ ਅੰਦਰ ਝਾਤ ਮਾਰ ਕੇ ਵੇਖੋ, ਕਿੰਨੇ ਸਰੀਰਾਂ ਦੀ ਵਡਿਆਈ ਕੀਤੀ ਜਾਂਦੀ ਹੈ, ਕਿੰਨੇ ਸਰੀਰਾਂ ਦੀ ਪੂਜਾ ਕੀਤੀ ਜਾਂਦੀ ਹੈ। ਸਤਿਗੁਰੂ ਮਹਾਰਾਜ ਇੱਥੇ ਸੁਨੇਹਾ ਇਹ ਦੇ ਰਹੇ ਨੇ, ਇੱਥੇ ਇੱਕੋ ਪਾਤਸ਼ਾਹ ਜੀ ਦਾ ਆਪਾਂ ਵਚਨ ਪੜ੍ਹਦੇ ਹਾਂ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜਾ ਨਾ ਹੋਏ। ਪੂਜਾ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਪਰਮਾਤਮਾ ਦੀ ਹੈ। ਮੈਂ ਬਹੁਤ ਵਾਰ ਇਸ ਵਿਸ਼ੇ ਤੇ ਗੱਲ ਕਰ ਚੁੱਕਿਆ। ਸਤਿਗੁਰੂ ਮਹਾਰਾਜ ਕਹਿੰਦੇ, ਕਿਸੇ ਦੀ ਹੋਰ ਝੂਠੀ ਵਡਿਆਈ ਕਰਨੀ, ਝੂਠੀ ਉਸਤਤ ਕਰਨੀ, ਠੀਕ ਹੈ, ਜਿਹੜਾ ਬੰਦਾ ਸਮਾਜ ਲਈ ਚੰਗਾ ਕਰਦਾ, ਦੁਨੀਆ ਲਈ ਚੰਗਾ ਕਰਦਾ, ਉਹ ਚੰਗਾ ਰਹੇਗਾ। ਪਰ ਮਹਾਰਾਜ ਇੱਥੇ ਕਹਿ ਰਹੇ ਨੇ, ਜੇ ਸਲਾਹੁਣਾ, ਜੇ ਯਾਦ ਕਰਨਾ, ਜੇ ਚੇਤੇ ਕਰਨਾ, ਇੱਕ ਰੱਬ ਨੂੰ ਕਰ। ਇੱਕ ਰੱਬ ਤੋਂ ਬਿਨਾਂ, ਇੱਕ ਪਰਮਾਤਮਾ ਤੋਂ ਬਿਨਾਂ, ਇੱਕ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਮਹਾਰਾਜ ਕਹਿੰਦੇ ਫਿੱਕਾ ਬੋਲਣ ਸਾਧ। ਤੇਰਾ ਉਦਮ ਕੀਤਾ ਵਿਅਰਥ ਹੈ, ਤੈਨੂੰ ਇਸ ਕੰਮ ਦੇ ਅੰਦਰੋਂ ਆਨੰਦ ਨਹੀਂ ਆਉਣਾ। ਸੰਸਾਰ ਅੰਦਰ ਇਸੇ ਤਰ੍ਹਾਂ ਅੱਜ ਹੋ ਰਿਹਾ ਜੀ। ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਪਾਤਸ਼ਾਹ ਜੀ ਨੇ ਕਿਉਂ ਕਿਹਾ? ਇੱਥੇ ਕਹਿਣ ਵਾਲਿਆਂ ਦਾ ਘਾਟਾ ਨਹੀਂ। ਬਹੁਤ ਲੋਕ ਰਾਮ ਕਹਿੰਦੇ ਨੇ, ਅੱਲਾ ਕਹਿੰਦੇ ਨੇ, ਵਾਹਿਗੁਰੂ ਕਹਿੰਦੇ ਨੇ, ਸਾਰੀ ਯਾਦ ਕਰਦੇ ਨੇ, ਪਰ ਫਰਕ ਕਿੱਥੇ ਪੈ ਗਿਆ? ਉਸ ਰਾਮ ਨੂੰ, ਉਸ ਵਾਹਿਗੁਰੂ ਨੂੰ, ਉਸ ਅੱਲਾ ਨੂੰ ਜ਼ਿੰਦਗੀ ਵਿੱਚੋਂ ਨਹੀਂ ਵੇਖ ਰਹੇ, ਜੀਵਨ ਵਿੱਚੋਂ ਨਹੀਂ ਵੇਖ ਰਹੇ, ਖਲਕਤ ਵਿੱਚੋਂ ਨਹੀਂ ਵੇਖ ਰਹੇ। ਜ਼ਬਾਨ ਤਾਂ ਆਖਦੀ ਹੈ, ਪਰ ਜ਼ਿੰਦਗੀ ਵਿੱਚ ਫਰਕ ਕੋਈ ਨਹੀਂ ਪੈ ਰਿਹਾ। ਮਹਾਰਾਜ ਕਹਿੰਦੇ, ਜਿਹੜਾ ਤੂੰ ਉਦਮ ਕਰਦਾ ਨਾ, ਉਦਮ ਕੀਤਾ ਤੇਰਾ ਵਿਅਰਥ ਹੈ, ਕਿਉਂਕਿ ਫਰਕ ਤਾਂ ਕੋਈ ਆ ਨਹੀਂ ਰਿਹਾ। ਬਿਨ ਨਾਵੈ ਹੋਰ ਸਲਾਹਣਾ, ਸੱਚ ਬੋਲਣ ਫਿੱਕਾ ਸਾਧ। ਮਨਮੁਖ ਹੰਕਾਰ ਸਲਾਹੰਦੇ ਹਉਮੈ ਮਮਤਾਵਾਦ। ਮਨਮੁਖ ਜੀਵ, ਹੰਕਾਰੀ ਜੀਵ, ਹਉਮੈ ਤੇ ਆਪਣਤਾ ਦੀਆਂ ਗੱਲਾਂ ਕਰਦੇ ਨੇ। ਉਹ ਪਸੰਦ ਕਰਦੇ ਨੇ ਇਹਨਾਂ ਗੱਲਾਂ ਨੂੰ, ਹੰਕਾਰ ਦੀਆਂ ਗੱਲਾਂ ਨੂੰ, ਮੈਂ ਮੇਰੀ ਦੀਆਂ ਗੱਲਾਂ ਨੂੰ। ਇਹਨਾਂ ਦੇ ਆਧਾਰ ਤੇ ਉਹ ਕਿਸੇ ਮਨੁੱਖ ਦੀ ਨਿੰਦਿਆ ਕਰਦੇ ਹਨ ਅਤੇ ਸਾਰਾ ਦਿਨ ਝਗੜ ਕੇ ਗੁਜ਼ਾਰ ਦਿੰਦੇ ਨੇ। ਕਿਸੇ ਦੀ ਨਿੰਦਿਆ ਕਰ ਦਿੱਤੀ, ਕਿਸੇ ਦੀ ਖੁਸ਼ਾਮਦ ਕਰ ਦਿੱਤੀ, ਕਿਤੇ ਕਿਵੇਂ। ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਮਨਮੁਖ ਹੰਕਾਰ ਸਲਾਹੰਦੇ, ਹੰਕਾਰ ਦੇ ਵਿੱਚ ਆ ਕੇ ਹਉਮੈ ਮਮਤਾਵਾਦ। ਫਿਰ ਹੰਕਾਰ ਵਾਲੀ ਜਿਹੜੀ ਹਉਮੈ ਹੁੰਦੀ ਹੈ, ਈਗੋ, ਮਾਇਆ, ਪਾਤਸ਼ਾਹ ਜੀ ਕਹਿੰਦੇ ਉਹ ਅੰਦਰ ਝਗੜਾ ਪੈਦਾ ਕਰ ਦਿੰਦੀ ਹੈ। ਬਾਦ ਦਾ ਅਰਥ ਹੁੰਦਾ ਝਗੜਾ। ਜਿਨ ਸਲਾਹਨ ਸੇ ਮਰਹਿ, ਖਪ ਜਾਵੇ ਸਭ ਅਪਵਾਦ।
ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ, ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਨੂੰ ਸਲਾਹਿਆ ਹੈ, ਭਾਵ ਉਸ ਮਾਲਕ ਦੀ ਉਸਤਤ ਕੀਤੀ ਹੈ, ਉਹਨਾਂ ਦਾ ਸਲਾਹੁਣਾ, ਉਹਨਾਂ ਦਾ ਯਾਦ ਕੀਤਾ ਕਦੇ ਵਿਅਰਥ ਨਹੀਂ ਜਾਂਦਾ। ਜਿਨ ਸਲਾਹ ਹੈ, ਜਿਹੜੇ ਇੱਕ ਤਾਂ ਉਹ ਪਾਤਸ਼ਾਹ ਜੀ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਇੱਕ ਮਾਲਕ ਨੂੰ, ਇੱਕ ਰੱਬ ਨੂੰ ਸੱਚਮੁੱਚ ਸਲਾਹੁੰਦੇ ਨੇ। ਇੱਕ ਮਹਾਰਾਜ ਕਹਿ ਰਹੇ ਨੇ ਜਿਨ੍ਹਾਂ ਦੀ ਉਸਤਤ ਨਿੰਦਿਆ ਦੀਆਂ ਗੱਲਾਂ ਦਾ ਸਿਲਸਿਲਾ ਹਰ ਵੇਲੇ ਚੱਲਦਾ ਰਹਿੰਦਾ, ਉਹ ਵਿਅਰਥ ਚਲਾ ਜਾਂਦਾ ਕਈ ਵਾਰ। ਪਾਤਸ਼ਾਹ ਜੀ ਜਿਹੜੇ ਆਪਾਂ ਨੂੰ ਵਿਚਾਰ ਦੇ ਰਹੇ ਨੇ, ਸਮਝਾ ਰਹੇ ਨੇ, ਗੁਰੂ ਬਾਬਾ ਜੀ ਇਹ ਗੱਲ ਕਹਿ ਰਹੇ ਨੇ, ਹੇ ਨਾਨਕ, ਸਤਿਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਆਨੰਦ ਸਰੂਪ ਪ੍ਰਭੂ ਦਾ ਸਿਮਰਨ ਕਰਕੇ ਦੂਜੇ ਮਨੁੱਖਾਂ ਦੀ ਉਸਤਤ ਦੇ ਚਸਕੇ ਤੋਂ ਬਚ ਨਿਕਲਦੇ ਨੇ। ਇਹ ਵੀ ਇੱਕ ਚਸਕਾ ਹੁੰਦਾ ਜੀ ਜ਼ਿੰਦਗੀ ਅੰਦਰ, ਸਰੀਰ ਅੰਦਰ, ਕਿਸੇ ਦੀ ਉਸਤਤ ਕਰਨੀ, ਕਿਸੇ ਦੀ ਨਿੰਦਿਆ ਕਰਨੀ। ਪਾਤਸ਼ਾਹ ਜੀ ਕਹਿ ਰਹੇ ਨੇ ਜਿਨ ਸਲਾਹ ਸੇ ਮਰੈ ਖੱਪ ਜਾਵੈ ਸਪ ਅਪਵਾਦ। ਜਿਨ੍ਹਾਂ ਨੂੰ ਸਲਾਉਂਦੇ ਨੇ ਨਾ, ਉਹ ਵੀ ਖੱਪ ਕੇ ਇੱਥੇ ਮਰ ਜਾਂਦੇ ਨੇ। ਇੱਥੇ ਪਾਤਸ਼ਾਹ ਜੀ ਕਹਿੰਦੇ ਅਪਵਾਦ ਦਾ ਅਰਥ ਵੀ ਝਗੜਾ ਜੀ, ਫਿਰ ਬਾਅਦ ਵਿੱਚ ਝਗੜਾ ਪੈਂਦਾ ਰਹਿੰਦਾ। ਜਨ ਨਾਨਕ ਗੁਰਮੁਖ ਉੱਭਰੇ ਜਪ ਹਰ ਹਰ ਪਰਮਾਦ। ਪਾਤਸ਼ਾਹ ਜੀ ਕਹਿੰਦੇ ਉਹ ਗੁਰਮੁਖ ਪਿਆਰੇ, ਉਹ ਰੱਬ ਦੇ ਪਿਆਰੇ ਉੱਭਰ ਗਏ, ਤਰ ਗਏ, ਵਿਕਾਰਾਂ ਤੋਂ ਬਚ ਗਏ, ਉਹ ਝੂਠੀ ਉਸਤਤ ਤੋਂ ਬਚ ਗਏ, ਝੂਠੀ ਨਿੰਦਿਆ ਤੋਂ ਬਚ ਗਏ, ਜਿਹੜੇ ਉਸ ਮਾਲਕ ਦਾ ਪੱਲਾ ਫੜ ਲੈਂਦੇ ਨੇ। ਅਗਲਾ ਜਿਹੜਾ ਸ਼ਲੋਕ ਹੈ ਜੀ, ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ। ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਪਰ ਹਰੀ। ਹਰ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ। ਸਤਿਗੁਰ ਮਹਾਰਾਜ ਇਸ ਸ਼ਲੋਕ ਦੇ ਅੰਦਰ ਕਹਿ ਰਹੇ ਨੇ ਜੀ, ਹੇ ਸਤਿਗੁਰੂ, ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ, ਜਿਸ ਕਰਕੇ ਮੈਂ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਿਮਰ ਸਕਾਂ। ਅੱਖਰੀ ਅਰਥ ਪੜ੍ਹ ਰਹੇ ਹਾਂ ਜੀ ਆਪਾਂ। ਹੇ ਨਾਨਕ, ਪ੍ਰਭੂ ਦਾ ਨਾਮ ਪਵਿੱਤਰ ਹੈ, ਇਸ ਕਰਕੇ ਮਨ ਲੋਚਦਾ ਹੈ ਕਿ ਮੈਂ ਵੀ ਮੂੰਹੋਂ ਉਚਾਰਨ ਕਰਕੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ। ਇਹ ਅੱਖਰੀ ਅਰਥ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਸਤਿਗੁਰ ਹਰ ਪ੍ਰਭ ਦੱਸ, ਮੇਰੇ ਸਤਿਗੁਰੂ ਮੈਨੂੰ ਰੱਬ ਬਾਰੇ ਦੱਸ, ਦੀਦਾਰ ਕਰਾ। ਨਾਮ ਧਿਆਈ ਮਨ ਹਰੀ, ਮੈਂ ਉਹਦਾ ਨਾਮ ਮਨ ਵਿੱਚ ਧਿਆਵਾਂ। ਨਾਨਕ ਨਾਮ ਪਵਿੱਤ, ਉਹਦਾ ਨਾਮ ਬੜਾ ਪਵਿੱਤਰ ਹੈ। ਹਰ ਮੁਖ ਬੋਲੀ ਸਭ ਦੁੱਖ ਪਰ ਹਰੀ, ਮੂੰਹ ਦੇ ਰਾਹੀਂ ਉਹਦਾ ਨਾਮ ਉਚਾਰਨ ਕਰਾਂ, ਮੁਖ ਦੇ ਰਾਹੀਂ ਉਹਨੂੰ ਗਾਵਾਂ, ਤਾਂ ਕਿ ਮੇਰਾ ਦੁੱਖ ਦੂਰ ਹੋ ਜਾਵੇ। ਨਾਮ ਜਪ ਕੇ, ਨਾਮ ਧਿਆ ਕੇ, ਉਹਨੂੰ ਅਰਾਧ ਕੇ ਮੇਰੇ ਦੁੱਖ ਦੂਰ ਹੋ ਜਾਣ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਅੱਗੇ ਪੌੜੀ ਅੰਦਰ ਸਤਿਗੁਰੂ ਜੀ ਸਮਝਾ ਰਹੇ ਨੇ, ਸਿੱਖਿਆ ਦੇ ਰਹੇ ਨੇ ਪੌੜੀ ਦੇ ਰਾਹੀਂ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਇਸ ਪੌੜੀ ਦੇ ਅੰਦਰ, ਤੂੰ ਆਪੇ ਆਪ ਨਿਰੰਕਾਰ ਹੈ। ਤੂੰ ਆਪੇ ਆਪ ਨਿਰੰਕਾਰ ਹੈ। ਨਿਰੰਕਾਰ ਦਾ ਅਰਥ ਜਿਹਦਾ ਕੋਈ ਆਕਾਰ ਨਹੀਂ ਹੁੰਦਾ। ਨਿਰੰਜਨ ਹਰ ਰਾਇਆ, ਨਿਰੰਜਨ ਦਾ ਅਰਥ ਮਾਇਆ ਦੀ ਕਾਲਖ ਤੋਂ ਰਹਿਤ। ਹੇ ਵਾਹਿਗੁਰੂ, ਹੇ ਪ੍ਰਮਾਤਮਾ, ਤੂੰ ਨਿਰਾਕਾਰ ਹੈ, ਤੇਰਾ ਕੋਈ ਆਕਾਰ ਨਹੀਂ, ਤੈਨੂੰ ਮਾਇਆ ਪੋਹ ਨਹੀਂ ਸਕਦੀ, ਮਾਇਆ ਡੰਗ ਨਹੀਂ ਸਕਦੀ। ਜਿੰਨੀ ਤੂੰ ਇੱਕ ਮਨ ਸੱਚ ਧਿਆਇਆ। ਸਤਿਗੁਰੂ ਜੀ ਕਹਿੰਦੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਮਾਲਕ ਜੀ ਵਾਹਿਗੁਰੂ ਜੀ ਤੈਨੂੰ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਸੱਚ ਧਿਆਇਆ, ਸੱਚ ਨੂੰ ਧਿਆ ਲਿਆ, ਤਿਨਕਾ ਸਭ ਦੁੱਖ ਗਵਾਇਆ, ਉਹਨਾਂ ਦਾ ਸਾਰਾ ਦੁੱਖ ਦੂਰ ਕਰ ਦਿੱਤਾ, ਉਹਨਾਂ ਦੇ ਨੇੜੇ ਦੁੱਖ ਨਹੀਂ ਪਹੁੰਚਦਾ। ਤੇਰਾ ਸ਼ਰੀਕ ਕੋ ਨਾਹੀ ਜਿਸਨੋਂ ਲਵੈ ਲਾਏ ਸੁਣਾਇਆ। ਪਾਤਸ਼ਾਹ ਜੀ ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਸੰਸਾਰ ਵਿੱਚ ਤੇਰਾ ਕੋਈ ਸ਼ਰੀਕ ਨਹੀਂ ਜਿਸ ਨੂੰ ਬਰਾਬਰੀ ਦੇ ਕੇ ਤੇਰੇ ਵਰਗਾ ਆਖੀਏ। ਕਿੱਡੀ ਪਿਆਰੀ ਗੱਲ ਕਹੀ ਹੈ ਜੀ। ਰੱਬ ਦਾ ਕੋਈ ਸ਼ਰੀਕ ਨਹੀਂ ਹੈ ਜੀ। ਰੱਬ ਵਾਹਿਦ ਇੱਕੋ ਹੀ ਹੈ, ਉਹ ਪਰਮੇਸ਼ਰ, ਉਹਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਨਿਜਮ ਕਹਿ ਲਓ, ਰਜਾ ਕਹਿ ਲਓ, ਭਾਣਾ ਕਹਿ ਲਓ, ਸਿਸਟਮ ਕਹਿ ਲਓ, ਕੁਦਰਤ ਕੁਛ ਮਰਜੀ ਕਹਿ ਲਓ, ਕਬੂਲ ਤਾਂ ਕਰਨਾ ਪਊਗਾ ਨਾ।
पर इत्थे सतगुरु महाराज ने गल क्यों आखी भी तेरा कोई शरीक नहीं है। हुण दुनिया के अंदर झात मार के वेख लो, रब दे शरीक किन्ने बन के बैठे ने, रब दे किन्ने शरीक बन के बैठे ने। हर कोई कहंदा मेरे कोल आओ मैं मसला हल कर दूंगा, मेरे पैर पूजो, मैनू नमस्कार करो, मैनू मत्थे टेको। इत्थे तमाम शरीक ने जी रब दे, जिन्हां दा कोई घाटा नहीं है। पर सतगुरु महाराज इत्थे ही गल कह रहे ने, वाहिगुरू तेरा कोई शरीक नहीं है। पर जिहड़े बन के बैठे ने वो भी, ये भी एक निंदिया हो गई ना। सतगुरु महाराज इस पौड़ी के अंदर यही गल आपां नूं समझा रहे ने, तेरा शरीक को नहीं जिसनों लवे लाए सुनाया। जिन्हों तेरे बराबर कहिए, तुद जेवड़ दाता तू है निरंजना, तू है सच मेरे मन भाया। पातशाह जी कह रहे ने, तेरे वर्गा तेरे जिड्डा कोई दाता नहीं है, तेरे वर्गा। तुद जेवड़ दाता तू है निरंजना, तू ही निरंजना, माया दी कालख तो रहता, तू है सच मेरे मन भाया, तू मेरे मन में प्यारा लगन लग पिया। अगे सतगुरु जी कह रहे ने, सच्चे मेरे साहिबा सच्चे सच नाया। हे मेरे साहिब, हे मेरे परमात्मा। अखीर दे विच सतगुरु जी कह रहे ने, मन विच प्यारा तू ही लगदा है। हे मेरे सच्चे साहिब, तेरी वडियाई सदा कायम रहन वाली है। आपां अज जिहड़ी दो श्लोकां दी ते पौड़ी दी विचार कीती है जी। सतगुरु गुरु रामदास महाराज ने श्लोकां दे अंदर आपां नूं जिहड़ी विचार दित्ती है। सतगुरु जी कह रहे ने, उस मालक तो बिना किसी नूं होर सलाउणा, एक रब तो बिना, सीधे शब्दां विच आपां गल कर लईए, एक रब तो बिना किसी होर नूं मन्नना, किसी होर दी पूजा करनी। पातशाह जी ये गल कह रहे ने, सब फिक्का साध है, फिक्का स्वाद है। जिस एक परमात्मा तो बिना, एक गुरु तो बिना किसी होर दा पल्ला फड़दे आ, ये सब फिक्का स्वाद है। अगे महाराज इत्थे इस श्लोक अंदर कह रहे ने, पातशाह जी कह रहे ने, मनमुख हंकार सलाह दे हौमे ममतावाद। हंकार दे विच आके, हौमे दे विच आके सलाहुंदे ने, चेते करदे ने, वो झगड़े पा लेंदे ने। अगे महाराज ने यही गल दूसरे श्लोक अंदर दसी है जी। उस मालक नूं ध्या के सतगुर दा नाम, हे मेरे वाहिगुरू, उस परमेश्वर दा नाम मेरी जिंदगी दा आधार बना दे। तू पवित्र है, तेरा नाम लैके भी मुख पवित्र हो जाता है। पौड़ी अंदर भी उस मालक की वडियाई की है, रब की वडियाई की है, जिहदा कोई आकार नहीं है, वो निरंजन है, वो एक मन चित्त हो के उन्होंने ध्याना चाहिए है। तेरे वर्गा दाता दुनिया ते कोई नहीं है। हे अकाल पुरख वाहिगुरू जी, ये लड़ी बार जी आप एक रूटीन दे विच विचार करते हैं, बड़े सिंपल शब्दों में, सौखी शब्दों में आप विचार करते हैं, ताकि जदों आप ग्राउंड पद्धर की गल करते हैं, जिहड़ी बाणी की विचार है बिल्कुल हेठले पद्धर तक पहुँचनी चाहिए है, भी जिन्होंने कुछ पता ही नहीं विचारिया, ताकि उन्होंने पता लग सके कर्मकांडी जाल दे विचों, विपर दे जाल दे विचों असीं निकल के सच दा पल्ला फड़ के अपने जीवन नूं तब्दील कर सकी। यही मंतव हुंदा जी विचार दा। आपां जिहड़े रोजाना विचार करते हैं, ताकि गुरबाणी के भाव नूं ये नहीं भी चलो असीं नमस्कार कीती घरां नूं चले गए, देग लई घरां नूं चले गए। इत्थे इक्को अर्थ हुंदा भी आपां गुरु दे घर विच जाके कुछ ज्ञान प्राप्त करिए, कुछ विचारवान बनीए, अपनी जिंदगी नूं सवारीए। सो आओ गुरमुखो, लड़ीवार जिहड़ी विचार चल रही है, धन धन रामदास गुरु रामदास महाराज चौथी पातशाही की लड़ीवार विचार इतिहासक चली हुई है जी। जिहड़ी आपां कल विचार कर रहे सी, शिकायतनामे बारे कल आपां गल कीती सी जी। संखेप अंदर मैं कह देवां, इत्थों तक समय के विपर ने, जिहड़े समय के पुजारी ने, गुरमत विरोधी लोग ने, जिहड़े सिੱਖੀ विचारधारा का विरोध करने वाले लोग ने, जिहड़े उन्होंने बड़ियां शिकायतां कीतियां अकबर के दरबार